Good morning, class. Our next topic is application of integrals. इंटीग्रल्स बारे ਆਪਾਂ ਪੜ੍ਹ ਚੁੱਕੇ ਹਾਂ। ਹੁਣ ਕੀ ਆ ਯੂਜ਼ਸ ਆਫ ਇੰਟੀਗਰਲਸ। ਠੀਕ ਹੈ ਜੀ। ਐਪਲੀਕੇਸ਼ਨ ਦਾ ਮਤਲਬ ਕੀ ਆ ਕਿ ਆਪਾਂ ਹੁਣ ਇੰਟੀਗਰਲਸ ਦਾ ਯੂਜ਼ ਕਰਨਾ ਹੈ। ਕਿਸ ਤਰ੍ਹਾਂ ਕਰਨਾ ਹੈ ਦੇਖੋ। ਹੁਣ ਆਪਣੇ ਕੋਲ ਕੋਈ ਵੀ ਕਰਵ ਆ। ਫਸਟ ਆਫ ਆਲ ਇਸ ਚੈਪਟਰ ਨੂੰ ਪੜ੍ਹਨ ਤੋਂ ਪਹਿਲਾਂ ਨਾ ਤੁਹਾਨੂੰ 11th ਕਲਾਸ ਦੇ ਚੈਪਟਰਸ ਸਟ੍ਰੇਟ ਲਾਈਨ ਕੌਨਿਕ ਸੈਕਸ਼ਨ ਇਹ ਦੋਨੋਂ ਚੈਪਟਰਸ ਆਉਣੇ ਚਾਹੀਦੇ ਆ। ਇਹਨਾਂ ਦੇ ਫਾਰਮੂਲਾਸ ਪਰਫੈਕਟਲੀ ਆਉਣੇ ਚਾਹੀਦੇ ਆ ਬਿਕੋਜ਼ ਉਹੀ ਆਪਾਂ ਚੀਜ਼ਾਂ ਸਾਰੀਆਂ ਇਸ ਚੈਪਟਰ 'ਚ ਯੂਜ਼ ਕਰਨੀਆਂ ਆ। ਠੀਕ ਆ ਜੀ। ਹੁਣ ਐਪਲੀਕੇਸ਼ਨ ਆਫ ਇੰਟੀਗਰਲਸ ਆ ਇਹਦੇ ਵਿੱਚ ਆਪਾਂ ਏਰੀਆਜ਼ ਫਾਈਂਡ ਕਰਾਂਗੇ। ਤਾਂ ਫਸਟ ਆਫ ਆਲ ਦੇਖੋ ਮੇਰੇ ਕੋਲ ਕੋਈ ਵੀ ਕਰਵ ਗਿਵਨ ਹੈ। ਠੀਕ ਆ ਜੀ। ਕੋਈ ਵੀ ਕਰਵ ਗਿਵਨ ਆ ਕਿਹਦੇ 'ਤੇ ਗ੍ਰਾਫ 'ਤੇ ਆ ਕੀ ਹੋ ਗਈ ਜੀ ਆਪਣੀ ਐਕਸ ਐਕਸਿਸ ਆ ਕੀ ਹੁੰਦੀ ਆਪਣੀ ਵਾਈ ਐਕਸਿਸ। ਠੀਕ ਹੈ ਜੀ। ਜੋ ਮੇਰੀ ਕਰਵ ਗਿਵਨ ਹੈ ਉਹਨੂੰ ਆਪਾਂ ਨਾਮ ਦਿੱਤਾ y ਇਜ਼ ਇਕੁਅਲ ਟੂ ਐਫ ਐਕਸ। ਠੀਕ ਹੈ ਜੀ। ਹੁਣ ਦੇਖੋ ਮੈਂ ਕਰਵ ਦਾ ਏਰੀਆ ਫਾਈਂਡ ਕਰਨਾ ਹੈ ਬਟ ਕਰਨਾ ਕਿਵੇਂ ਆ ਹੁਣ ਦੇਖੋ ਧਿਆਨ ਨਾਲ ਇਸ ਪੁਆਇੰਟ 'ਤੇ ਜਿਹੜਾ ਵਾਲੀ ਮੇਰੀ ਐਕਸ ਐਕਸਿਸ ਦਾ ਹੈ ਨਾ ਇਸ ਪੁਆਇੰਟ 'ਤੇ ਐਕਸ ਦੀ ਵੈਲਿਊ ਕੋਈ ਕੀ ਹੋਊਗੀ ਆਪਣੇ ਕੋਲ ਏ ਲੈ ਲੈਂਦੇ ਹਾਂ ਕੁਛ ਵੀ ਇਸ ਪੁਆਇੰਟ 'ਤੇ ਐਕਸ ਦੀ ਵੈਲਿਊ ਆਪਾਂ ਕੀ ਲੈ ਲੈਂਦੇ ਹਾਂ ਜੀ ਵੀ। ਠੀਕ ਹੈ ਜੀ। ਦੇਖੋ ਕਰਵ ਆ ਕਰਵ ਕਿਹੜੀ ਆ ਮੇਰੇ ਕੋਲ y ਇਜ਼ ਇਕੁਅਲ ਟੂ ਐਫ ਐਕਸ ਔਰ ਆਪਾਂ ਇਸ ਪੁਆਇੰਟ 'ਤੇ ਐਕਸ ਦੀ ਵੈਲਿਊ ਏ ਲੈ ਲਈ ਆ ਔਰ ਇਸ ਪੁਆਇੰਟ 'ਤੇ ਆਪਾਂ ਐਕਸ ਦੀ ਵੈਲਿਊ ਬੀ ਲੈ ਲਈ ਆ। ਠੀਕ ਹੈ ਜੀ। ਇੰਨੀ ਚੀਜ਼ ਸਮਝ ਆਈ। ਫਸਟ ਕੀ ਹੈ ਕਿ ਆਪਾਂ ਇਹ ਦੇਖਣਾ ਆ ਕਿ ਮੇਰੇ ਕੋਲ ਕੋਈ ਵੀ ਇਕੁਏਸ਼ਨ ਜਿਹੜੀ ਵੀ ਗਿਵਨ ਆ ਉਹਦੇ ਤੋਂ ਪਹਿਲਾਂ ਆਪਾਂ ਕੀ ਹੈ ਕਿ ਡਾਇਗਰਾਮ ਡਰੋ ਕਰਨੀ ਆ। ਡਾਇਗਰਾਮ ਡਰੋ ਕਰ ਲਈ ਉਸ ਤੋਂ ਬਾਅਦ 'ਚ ਆਪਾਂ ਇਹ ਦੇਖਣਾ ਹੈ ਕਿ ਕਲੋਜ਼ ਰੀਜਨ ਕਿਹੜਾ ਹੈ ਬਾਊਂਡਰਡ ਰੀਜਨ। ਫਿਰ ਉਸ ਤੋਂ ਬਾਅਦ 'ਚ ਆਪਾਂ ਕੀ ਕਰਨਾ ਫਾਈਂਡ ਕਰਨਾ ਹੈ ਏਰੀਆ। ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਸਟੈਪ ਬਾਏ ਸਟੈਪ ਚੱਲਾਂਗੇ। ਹੁਣ ਦੇਖੋ ਮੇਰੇ ਕੋਲ ਕੀ ਆ ਕਰਵ ਆ y ਇਜ਼ ਇਕੁਅਲ ਟੂ ਐਫ ਐਕਸ ਐਕਸ ਦੀ ਵੈਲਿਊ ਏ ਆ ਇਸ ਪੁਆਇੰਟ 'ਤੇ ਇਸ ਪੁਆਇੰਟ 'ਤੇ ਐਕਸ ਦੀ ਵੈਲਿਊ ਵੀ ਆ। ਹੁਣ ਜਿਸ ਵੀ ਏਰੀਆ ਨੂੰ ਤੁਸੀਂ ਫਾਈਂਡ ਕਰਨਾ ਹੈ ਨਾ ਉਸਨੂੰ ਚੈੱਕ ਕਰਨਾ ਕਿ ਉਹ ਕਿਸ ਕਰਵ ਦੇ ਨੀਚੇ ਆ। ਆਹ ਵਾਲੀ ਕਰਵ ਦੇ ਨੀਚੇ ਆ। ਠੀਕ ਆ ਜੀ। ਦੈਨ ਉਸ ਕਰਵ ਦਾ ਨਾਮ ਕੀ ਆ y ਇਜ਼ ਇਕੁਅਲ ਟੂ ਐਫ ਐਕਸ ਔਰ ਉਸ y ਨੂੰ ਆਪਾਂ ਫਿਰ ਕੀ ਕਰਨਾ ਇੰਟੀਗ੍ਰੇਟ ਕਰ ਦੇਣਾ ਵਿਦ ਰਿਸਪੈਕਟ ਟੂ ਐਕਸ। ਠੀਕ ਹੈ ਜੀ। ਦੈਨ ਇੰਟੀਗ੍ਰੇਸ਼ਨ ਕਿੱਦਾਂ ਹੁੰਦੀ ਆ ਫਿਰ ਆਪਾਂ ਏਰੀਆ ਫਾਈਂਡ ਕਰਨਾ ਕਿਸ ਕਰਵ ਦਾ ਇਸਦਾ। ਠੀਕ ਹੈ ਜੀ। ਇੰਟੀਗ੍ਰੇਸ਼ਨ ਕਰਨੀ ਆ ਕਿਹਦੀ y ਦੀ ਵਿਦ ਰਿਸਪੈਕਟ ਟੂ ਐਕਸ ਚੱਲ ਰਿਹਾ ਆ। ਠੀਕ ਹੈ ਜੀ। ਐਕਸ ਐਕਸਿਸ 'ਤੇ ਤੋਂ ਵਿਦ ਰਿਸਪੈਕਟ ਟੂ ਐਕਸ। ਹੁਣ ਆਪਣੇ ਕੋਲ ਲਿਮਿਟਸ ਆ ਲਿਮਿਟਸ ਕਿਹੜੀਆਂ ਐਕਸ ਦੇ ए और बी तो लिमिट्स लगा दो ए बी। ठीक है जी। फर्स्ट क्या कि मेरे को कर्व आ ਉਹਦਾ नेम की आ y इज इक्वल टू एफ एक्स। फिर मैं x का इत्थे पॉइंट लिया a x का इत्थे पॉइंट लिया b। फिर आप चैक करना है कि किस एरिया ਨੂੰ ਤੁਸੀਂ फाइंड करना है उसनों आप कर्व ਦੇ नीचे देखना है कि ਕਿਹੜਾ आ रहा एरिया। ठीक है जी। दैन आप की करना है फिर मैंने पता है कि कर्व मेरी ਕਿਹੜੀ ਆ y दैन ਉਹਦੀ ਆਪਾਂ ਕੀ ਕਰਨੀ ਆ ਇੰਟੀਗ੍ਰੇਸ਼ਨ ਵਿਦ ਰਿਸਪੈਕਟ ਟੂ ਕਿਹਦੇ ਕਰਨੀ ਆ ਜੀ एक्स ਦੇ। ठीक है जी। फिर आप लिमिट्स चैक करनी है लिमिट्स ਕਿਹੜੀਆਂ एक्स ਦੀਆਂ ए और b तो इट मीनस मेरे को एरिया का फॉर्मूला की बनता पिया आ इंटीग्रेशन लिमिट्स a टू b y dx। इन शॉर्ट मेरा y की है जी एफ एक्स dx। फॉर्मूला बन गया एरिया का फॉर्मूला बन गया। ठीक है जी। अगर एक्स एक्सिस ਦੀਆਂ लिमिट ਦਿੱਤੀਆਂ ਆ तो ਆਪਣੀਆਂ ए और b ਆ सेम। अगर मेरे को यही ग्राफ y एक्सिस ਤੇ ਡਰਾ ਹੁੰਦਾ ਆ ਦੈਨ ਉਹ ਕੀ ਬਣ ਜਾਣਾ ਸੀਗਾ ਫਿਰ ਮੇਰੇ ਕੋਲ ਐਫ ਵਾਈ ਇਜ਼ ਇਕਲ ਟੂ ਐਕਸ ਉਹ ਵਿਦ ਰਿਸਪੈਕਟ ਟੂ ਕੀ ਹੋ ਜਾਣਾ ਸੀ ਮੇਰਾ ਜੀ y ਮਤਲਬ x ਨੂੰ ਇੰਟੀਗ੍ਰੇਟ ਕਰਨਾ ਸੀ ਔਰ ਵਿਦ ਰਿਸਪੈਕਟ ਟੂ ਕਿਹਦੇ ਹੋ ਜਾਣਾ ਸੀਗਾ y ਦੇ। ਠੀਕ ਹੈ ਜੀ। ਅਗਰ ਸਪੋਜ਼ y एक्सिस ਤੇ ਹੁੰਦਾ ਤਾਂ ਉਹਨੇ ਕੀ ਹੋ ਜਾਣਾ ਸੀਗਾ ਜੀ x dy। ठीक है जी। फिर ਉਹਦਾ ਮੇਰੇ ਕੋਲ ਏਰੀਆ ਦਾ ਫਾਰਮੂਲਾ ਇਹ ਹੋ ਜਾਣਾ ਸੀਗਾ। ਇੰਨੀ ਚੀਜ਼ ਸਮਝ ਲੱਗੀ। ठीक है। हुण एक्स एक्सिस ते आ तो वाई विद रिस्पैक्ट टू एक्स हो गया। अगर वाई एक्सिस ते हुंदा तो एक्स विद रिस्पैक्ट टू वाई हो जाना सी। इन्नी चीज़ समझ लगी जी। ठीक है। हुण की आ कि तुसीं इनू इस चैप्टर नू पढ़न तो पहला आ कि तुसीं एक बारी +1 के चैप्टर्स के फॉर्मूलाज नू स्ट्रेट लाइनस नू और कॉनिक सैक्शन नू ध्यान नाल देख लो उही अपलाई होने आ इत्थे। और अपना जिहड़ा इंटीग्रल आपां कर चुके हैं दैन उहदा एक मेन फॉर्मूला है इंटीग्रेशन रूट ए स्क्वेयर माइनस एक्स स्क्वेयर डी एक्स इज इक्वल टू कहते होंगे जी एक्स अपॉन 2 इंटू रूट ए स्क्वेयर माइनस एक्स स्क्वेयर प्लस ए स्क्वेयर अपॉन 2 साइन इनवर्स एक्स अपॉन ए प्लस सी। ठीक है जी। मेन एक अपने को आवला फॉर्मूला यूज़ होना और ये आप 8th चैप्टर च पढ़ चुके हैं तो सारिया चीज़ा स्किप नहीं करनिया ध्यान नाल समझनिया कि आप कित्थों कित्थों लईआं। ठीक है जी। इन्नी गल समझ लगी आ। हुण देखो बाउंडड का मतलब मैं तुहानूं दस चुकी हूँ। अगर किते लिखा होया बाउंडड का मतलब की हुंदा है क्लोज रीजन।
ठीक है जी, ਜਿਹੜਾ ਬੰਦ ਹੋਵੇ। ਠੀਕ ਆ, ਹੁਣ ਅਗਰ ਮੇਰੇ ਕੋਲ ਕੋਈ ਇਕੁਏਸ਼ਨ ਆ, ਲਾਈਕ ਤੁਹਾਨੂੰ ਇਹਦੇ ਵਿੱਚ ਕੀ ਆ ਜਾਣਾ, ਇਲਿਪਸ, ਸਟ੍ਰੇਟ ਲਾਈਨ, ਇਹ ਸਾਰੀਆਂ ਚੀਜ਼ਾਂ ਤੁਸੀਂ ਪੜ੍ਹ ਚੁੱਕੇ ਹੋ। ਇਹ ਸਾਰੀਆਂ ਚੀਜ਼ਾਂ, ਪੈਰਾਬੋਲਾ, ਇਹ ਸਾਰੀਆਂ ਚੀਜ਼ਾਂ ਤੁਸੀਂ ਪੜ੍ਹ ਚੁੱਕੇ ਹੋ ਨਾ 11th ਕਲਾਸ ਦੇ ਵਿੱਚ। ਅਗਰ ਦੇਖੋ ਮੇਰੇ ਕੋਲ ਕਿਸੇ ਵੀ ਮਤਲਬ ਐਕਸ ਸਕੁਏਅਰ ਜਾਂ ਵਾਈ ਸਕੁਏਅਰ, ਦੋਨੋਂ ਸਾਈਡ 'ਤੇ ਐਕਸ ਦਾ ਵੀ ਸਕੁਏਅਰ ਆ ਰਿਹਾ ਆ, ਵਾਈ ਦਾ ਵੀ ਸਕੁਏਅਰ ਆ ਰਿਹਾ, ਇਹਦਾ ਮਤਲਬ ਕੀ ਆ ਕਿ ਇਹ ਇਕੁਏਸ਼ਨ ਕਿਹਦੀ ਹੋ ਸਕਦੀ ਹੈ, ਜਾਂ ਤਾਂ ਸਰਕਲ ਦੀ ਜਾਂ ਫਿਰ ਇਲਿਪਸ ਦੀ। ਇੰਨੀ ਗੱਲ ਸਮਝ ਲੱਗੀ। ਫਿਰ ਐਕਸ ਦੀ ਪਾਵਰ 1 ਆ, ਵਾਈ ਦੀ ਪਾਵਰ 1 ਆ, ਇਹਦਾ ਮਤਲਬ ਕੀ ਆ ਕਿ ਕਿਹਦੀ ਇਕੁਏਸ਼ਨ ਹੋ ਸਕਦੀ ਹੈ ਜੀ, ਸਟ੍ਰੇਟ ਲਾਈਨ ਦੀ। ਠੀਕ ਹੈ ਜੀ, ਜਾਂ ਫਿਰ ਇੱਕ ਸਾਈਡ 'ਤੇ ਵਾਈ ਸਕੁਏਅਰ ਆ, ਜਾਂ ਫਿਰ ਇੱਕ ਸਾਈਡ 'ਤੇ ਐਕਸ ਸਕੁਏਅਰ ਆ। ਠੀਕ ਆ, ਉਹਦੀ ਇਕੁਏਸ਼ਨ ਕਿਹਦੀ ਹੋ ਸਕਦੀ ਹੈ ਜੀ, ਫਿਰ ਪੈਰਾਬੋਲਾ ਦੀ। ਇਹ ਸਾਰੀਆਂ ਚੀਜ਼ਾਂ ਆਪਾਂ ਪੜ੍ਹ ਚੁੱਕੇ ਹਾਂ, ਤਾਂ ਹੁਣ ਇਹਨੂੰ ਆਪਾਂ ਸਿੱਧਾ ਸਮਸ ਦੇ ਉੱਤੇ ਅਪਲਾਈ ਕਰਕੇ ਦੇਖਦੇ ਹਾਂ। ਚਲੋ ਦੇਖਦੇ ਹਾਂ। ਹਾਂਜੀ, ਫਸਟ ਦੇਖੋ, ਫਾਈਂਡ ਦਾ ਏਰੀਆ ਆਫ ਦਾ ਰੀਜਨ ਬਾਊਂਡਡ ਬਾਈ ਵਾਈ ਸਕੁਏਅਰ ਇਜ਼ ਇਕੁਅਲ ਟੂ 9x, x ਇਜ਼ ਇਕੁਅਲ ਟੂ 2, x ਇਜ਼ ਇਕੁਅਲ ਟੂ 4 ਐਂਡ ਦਾ x ਐਕਸਿਸ ਇਨ ਦਾ ਫਸਟ ਕੁਆਡਰੈਂਟ। ਫਸਟ ਆਫ ਆਲ ਆਪਾਂ ਡਾਇਗਰਾਮ ਡਰਾ ਕਰਨੀ ਆ। ਤੁਹਾਨੂੰ ਵਾਈ ਸਕੁਏਅਰ ਇਜ਼ ਇਕੁਅਲ ਟੂ 4ax ਆਪਾਂ ਨੂੰ ਪਤਾ ਹੈ ਨਾ ਕਿ ਕਿਹਦੀ ਇਕੁਏਸ਼ਨ ਹੁੰਦੀ ਆ, ਪੈਰਾਬੋਲਾ ਦੀ। ਔਰ ਕਿਸ ਪੈਰਾਬੋਲਾ ਦੀ, ਰਾਈਟ ਹੈਂਡਡ ਪੈਰਾਬੋਲਾ ਦੀ। ਤਾਂ ਫਸਟ ਆਫ ਆਲ ਆਪਾਂ ਡਰਾ ਕਰਦੇ ਹਾਂ ਗ੍ਰਾਫ, ਐਕਸ ਐਕਸਿਸ, ਵਾਈ ਐਕਸਿਸ। ਠੀਕ ਆ ਜੀ, ਹੁਣ ਇਕੁਏਸ਼ਨ ਕੀ ਆ, ਵਾਈ ਸਕੁਏਅਰ ਇਜ਼ ਇਕੁਅਲ ਟੂ 9x। ਠੀਕ ਹੈ ਜੀ, ਇਹਦਾ ਮਤਲਬ ਕੀ ਹੋ ਗਿਆ, ਵਾਈ ਸਕੁਏਅਰ ਇਜ਼ ਇਕੁਅਲ ਟੂ 4ax। ਕਿਹਦੀ ਇਕੁਏਸ਼ਨ ਹੁੰਦੀ ਆ, ਰਾਈਟ ਹੈਂਡਡ ਪੈਰਾਬੋਲਾ ਦੀ। ਤਾਂ ਮੇਰੇ ਕੋਲ ਆ ਬਣਦਾ ਪਿਆ ਆ। ਔਰ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਇਸ ਪੈਰਾਬੋਲਾ 'ਚ ਮੇਰੀ ਵਰਟੈਕਸ ਕਿਹੜੀ ਹੁੰਦੀ ਆ, ਰੀਜ਼ਨ ਦੀ ਹੁੰਦੀ ਆ 0 0 ਹੀ। ਠੀਕ ਹੈ ਜੀ, ਹੁਣ ਕੀ ਨੈਕਸਟ ਦੇਖੋ, ਐਕਸ ਦਾ ਪੁਆਇੰਟ ਕਿੰਨਾ ਦਿੱਤਾ ਹੈ, 2, ਮਤਲਬ ਇੱਥੇ ਕਿਤੇ 1 ਹੋਏਗਾ, ਇੱਥੇ ਕਿਤੇ ਕਿਆ ਹੋਏਗਾ, 2। ਠੀਕ ਹੈ ਜੀ, ਇੱਥੇ 3 ਹੋਏਗਾ, ਤਾਂ ਨੈਕਸਟ ਐਕਸ ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ, 4, ਇੱਥੇ ਕਿਤੇ 4 ਹੋਏਗਾ। ਠੀਕ ਹੈ ਜੀ, ਹੁਣ ਜਦੋਂ ਮੈਨੂੰ ਐਕਸ ਦੀਆਂ ਦਿੱਤੀਆਂ ਹੁੰਦੀਆਂ ਆ, ਪੁਆਇੰਟਸ ਦਿੱਤੇ ਹੁੰਦੇ ਆ, ਦੈਨ ਫਿਰ ਉਹਦੀਆਂ ਜਿਹੜੀਆਂ ਲਾਈਨਸ ਉਹ ਕਿਹਦੇ ਪੈਰਲਲ ਨਿਕਲਦੀਆਂ ਆ, ਵਾਈ ਐਕਸਿਸ ਦੇ। ਤਾਂ ਆਹੀ ਨਿਕਲੂਗੀ। ਤੁਸੀਂ ਸਾਰਿਆਂ ਨੇ ਸਕੇਲ ਦੇ ਨਾਲ ਡਰਾ ਕਰ ਦੇਣਾ ਆ। ਠੀਕ ਹੈ ਜੀ, ਇੰਨੀ ਚੀਜ਼ ਸਮਝ ਲੱਗੀ, ਇੰਨੀ ਚੀਜ਼ ਹੋਈ। ਹੁਣ ਦੇਖੋ ਮੇਰੇ ਕੋਲ ਧਿਆਨ ਨਾਲ, ਇਹ ਕੀ ਹੋ ਗਿਆ, ਐਕਸ ਦਾ ਪੁਆਇੰਟ 2, ਦੈਨ ਐਕਸ ਦਾ ਪੁਆਇੰਟ 4। ਉਹਨਾਂ ਨੇ ਕੀ ਕਿਹਾ ਸੀਗਾ, ਰੀਜਨ ਬਾਊਂਡਡ। ਮੇਰੇ ਕੋਲ ਕਰਵ ਕਿਹੜੀ ਆ, 9x ਦੀ, ਮਤਲਬ ਮੇਰੇ ਕੋਲ ਆਹ ਵਾਲੀ ਕਰਵ ਹੋ ਗਈ। ਆਪਾਂ ਦੱਸਿਆ ਸੀ ਨਾ ਕਿ ਜਿਹਦਾ ਤੁਸੀਂ ਏਰੀਆ ਫਾਈਂਡ ਕਰਨਾ ਹੈ, ਦੇਖਣਾ ਹੈ ਕਿ ਕਰਵ ਦੇ ਨੀਚੇ ਆ ਰਿਹਾ ਆ, ਕਿਸ ਕਰਵ ਦੇ ਨੀਚੇ ਆ ਰਿਹਾ, ਤਾਂ ਕਿਹੜੀ ਕਰਵ ਹੋ ਗਈ ਮੇਰੇ ਕੋਲ, ਵਾਈ ਸਕੁਏਅਰ ਇਜ਼ ਇਕੁਅਲ ਟੂ 9x। ਠੀਕ ਹੈ ਜੀ, ਦੈਨ ਆਹ ਵਾਲਾ ਕਿਹੜਾ ਪੁਆਇੰਟ ਹੋ ਗਿਆ, x ਇਜ਼ ਇਕੁਅਲ ਟੂ 2, ਦੈਨ ਆਹ ਵਾਲਾ ਪੁਆਇੰਟ x ਇਜ਼ ਇਕੁਅਲ ਟੂ 4। ਆਹ ਦੇਖੋ, ਪਹਿਲੋਂ ਕਰਵ ਲਿਖਤੀ ਆਪਾਂ, ਫਿਰ x ਪੁਆਇੰਟ ਦਾ 2, x ਦਾ ਪੁਆਇੰਟ 4। ਹੁਣ ਮੇਰੇ ਕੋਲ ਇੱਕ ਲਾਸਟ ਲਾਈਨ ਆਹ ਵਾਲੀ ਬਚ ਰਹੀ ਆ, ਦੈਨ ਇਹ ਕਿਉਂ ਨੇ ਬੋਲਿਆ ਹੋਇਆ ਆ, ਐਕਸ ਐਕਸਿਸ। ਉਹ ਐਕਸ ਐਕਸਿਸ 'ਤੇ ਆ, ਇਟ ਮੀਨਸ ਮੈਂ ਕਿਹਦਾ ਏਰੀਆ ਫਾਊਂਡ ਕਰੂੰਗੀ, ਇਸ ਰੀਜ਼ਨ ਦਾ। ਬਾਊਂਡਡ ਦਾ ਮਤਲਬ ਕੀ ਸੀਗਾ ਕਿ ਚਾਰੇ ਪਾਸਿਓਂ ਬੰਦ ਹੋਊਗਾ। ਔਰ ਆਪਾਂ ਦੇਖ ਲਿਆ ਕਿ ਆਹ ਵਾਲੀ ਮੇਰੇ ਕੋਲ ਕਰਵ ਆ, ਐਕਸ ਦਾ ਪੁਆਇੰਟ 2 ਹੈ, ਐਕਸ ਦਾ ਪੁਆਇੰਟ 4, ਦੈਨ ਆ ਕੀ ਹੋ ਗਿਆ ਜੀ, ਐਕਸ ਐਕਸਿਸ। ਹੁਣ ਇੰਨੀ ਚੀਜ਼ ਸਮਝ ਲੱਗੀ ਕਿ ਮੈਂ ਏਰੀਆ ਕਿਸ ਚੀਜ਼ ਦਾ ਫਾਊਂਡ ਕਰੂੰਗੀ, ਇਸ ਚੀਜ਼ ਦਾ, ਜਿਹੜਾ ਕਰਵ ਦੇ ਨੀਚੇ ਆ ਰਹੀ ਆ। ਇੰਨੀ ਗੱਲ ਕਲੀਅਰ ਹੋਈ ਸਭ ਦੀ, ਡਾਇਗਰਾਮ ਬਣੀ। ਠੀਕ ਹੈ ਜੀ, ਹੁਣ ਮੇਰੇ ਕੋਲ ਕਿਹੜਾ ਪੁਆਇੰਟ ਆ ਰਿਹਾ, 1 2 3 4, ਤਾਂ ਆਪਾਂ ਇਹਨਾਂ ਨੂੰ ਨਾਮ ਦੇ ਸਕਦੇ ਹਾਂ, A B C ਔਰ D। ਕਿਉਂਕਿ ਮੈਂ ਕਰਵ ਦਾ ਏਰੀਆ ਫਾਈਂਡ ਕਰਨਾ ਹੈ, ਤਾਂ ਆਪਾਂ ਨਾਮ ਦਿੱਤਾ A B C D। ਇਹਦਾ ਮਤਲਬ ਕੀ ਹੋਏਗਾ ਕਿ ਮੈਂ ਏਰੀਆ ਕਿਸ ਟਰਮ ਦਾ ਫਾਈਂਡ ਕਰੂੰਗੀ, A B C D ਦਾ। ਇੰਨੀ ਗੱਲ ਸਮਝ ਲੱਗੀ ਜੀ ਸਭ ਨੂੰ। ਠੀਕ ਹੈ ਜੀ, ਹੁਣ ਚਲੋ ਮੇਰੇ ਕੋਲ ਕੀ ਆ, ਫਸਟ ਕੀ ਸੀ, ਆਪਾਂ ਦੇਖਣਾ ਸੀਗਾ ਕਿ ਡਾਇਗਰਾਮ ਡਰਾ ਕਰਨੀ ਆ, ਡਾਇਗਰਾਮ ਡਰਾ ਕੀਤੀ। ਫਿਰ ਆਪਾਂ ਦੇਖਣਾ ਸੀਗਾ ਕਿ ਕਲੋਜ਼ ਰੀਜ਼ਨ, ਫਿਗਰ ਦੇ ਵਿੱਚ ਕਲੋਜ਼ ਰੀਜ਼ਨ ਵੀ ਆਪਾਂ ਦੇਖ ਲਿਆ। ਠੀਕ ਹੈ ਜੀ, ਹੁਣ ਕੀ ਨੈਕਸਟ ਸਟੈਪ ਆਪਣਾ ਥਰਡ ਆ, ਏਰੀਆ ਫਾਈਂਡ ਕਰਨਾ। ਠੀਕ ਹੈ ਜੀ, ਤਾਂ ਚਲੋ ਦੇਖਦੇ ਹਾਂ ਕਿ ਇਕੁਏਸ਼ਨ ਆਫ ਕਰਵ ਆਪਾਂ ਨੂੰ ਕੀ ਗਿਵਨ ਆ, y ਇਜ਼ ਇਕੁਅਲ ਟੂ 9, ਸੌਰੀ y ਸਕੁਏਅਰ ਇਜ਼ ਇਕੁਅਲ ਟੂ 9x। ਠੀਕ ਹੈ ਜੀ, ਵਿਚ ਇਜ਼ ਰਾਈਟ ਹੈਂਡਡ ਪੈਰਾਬੋਲਾ। ਆਹ ਵਾਲੀਆਂ ਸਾਰੀਆਂ ਚੀਜ਼ਾਂ ਤੁਹਾਡੀਆਂ +1 ਵਿੱਚ ਹੋ ਚੁੱਕੀਆਂ ਆ, ਕਿ ਤੁਹਾਨੂੰ ਪਤਾ ਕਿੱਦਾਂ ਲੱਗਣਾ ਆ ਕਿ ਪੈਰਾਬੋਲਾ ਆ, ਇਲਿਪਸ ਆ, ਸਰਕਲ ਆ, ਰਾਈਟ ਹੈਂਡਡ ਆ, ਅਪਵਰਡ ਆ, ਠੀਕ ਹੈ ਜੀ, ਡਾਊਨਵਰਡ ਆ। ਇਹ ਸਾਰੀਆਂ ਚੀਜ਼ਾਂ ਤੁਸੀਂ +1 'ਚ ਕਰ ਚੁੱਕੇ ਹੋ। ਇੱਕ ਵਾਰੀ ਉਹਨੂੰ ਰਿਵਾਈਜ਼ ਕਰ ਲਿਓ, ਫਿਰ ਆਹ ਵਾਲਾ ਚੈਪਟਰ ਬਹੁਤ ਈਜ਼ੀ ਹੋ ਜਾਣਾ। ਔਰ ਆਪਾਂ ਨੂੰ 2 ਲਾਈਨਸ ਕਿਹੜੀਆਂ ਗਿਵਨ ਆ, x ਇਜ਼ ਇਕੁਅਲ ਟੂ 2 ਐਂਡ x ਇਜ਼ ਇਕੁਅਲ ਟੂ 4। ਠੀਕ ਹੈ ਜੀ, ਹੁਣ ਆਪਣਾ ਨੈਕਸਟ ਸਟੈਪ ਕੀ ਸੀਗਾ, ਏਰੀਆ ਫਾਈਂਡ ਕਰਨ ਦਾ। ਰਿਕੁਆਇਰਡ ਏਰੀਆ ਆਪਣੇ ਕੋਲ ਕੀ ਆ ਰਿਹਾ ਹੈ ਜੀ, ਕਿਸ ਚੀਜ਼ ਦਾ ਆਪਾਂ ਫਾਈਂਡ ਕਰ ਰਹੇ ਹਾਂ, A B C D।
ABCD ਦਾ। ठीक है जी। और अपन पता ही सीगा कि मेरे को फॉर्मूला की सीगा एरिया का, आही सी, आही आप फॉर्मूला पिछे पढ़ के आए हैं। तो चलो हम इस चीज़ में इतने अप्लाई करते हैं। एरिया मैं किहदा फाइंड करन लगी हाँ, ABCD का। ठीक है जी। दैन इंटीग्रेशन, हुण लिमिट्स किहड़ियां A तो B आ, तो मेरिया लिमिट्स किहड़ियां आ 2 तो 4। ठीक है जी, लिमिट्स आ गई मेरिया 2 तो 4। दैन फिर क्या आ रहा वाई विद रिस्पैक्ट टू एक्स, यही चीज़ आ रही है। हुण ध्यान नाल देखो मेरे को इत्थे की पिया होया वाई स्क्वेयर इज इक्वल टू 9x और इत्थे की है जी मेरे को वाई डी एक्स। तो मैं इत्थों आराम नाल फाइंड कर सकती हूँ। किस तरह फाइंड कर सकते हो आप देखो, मेरे को इत्थे की पिया वाई स्क्वेयर इज इक्वल टू 9x। तो मैंने चाहिए कि है जी वाई, तो की हो जाएगा स्केयरिंग आ दूसरी साइड जाके की हो गया रूट। ठीक है जी। और 9 का रूट कितना होंगे 3, दैन एक्स के दे अंदर रह जाऊगा रूट के अंदर, मतलब मेरे को वाई की इक्वेशन आ गई। तो इतने पुट कर सकते हैं आप नैक्सट स्टैप लिमिट्स 2 to 4। ठीक है जी। दैन वाई के को आ गई 3 रूट एक्स और विद रिस्पैक्ट टू डी एक्स। इन्हीं चीज़ समझ लगी जी। 3 मेरा कॉन्स्टेंट आ, नैक्सट स्टैप्स 3 बाहर आ जाऊगा, अंदर किया जी लिमिट्स 2 to 4 रूट एक्स डी एक्स। और एवरीवन नोज़ कि आप रूट नूं किस तरह लिख सकते हैं, एक्स की पावर 1/2 डी एक्स। हुण इस चीज़ की इंटीग्रेशन सॉल्व आउट कर सकते हो, कर ही सकते हो। ठीक है जी। तो की होंदा है एक्स n+1/n+1, इंटीग्रेशन यही चीज़ बोलती है। तो करो, तो की हो जाऊगा जी x 1/2 + 1/1/2 + 1 और लिमिट्स मेरिया किहड़ियां जी 2 to 4। ठीक है जी। दैन फिर बन की गया x 3/2, नीचे भी की बनता एलसीएम लैके 3/2 और लिमिट्स मेरिया चल रही हैं जी 2 to 4। ठीक है जी। हुण क्या लिमिट्स नूं पुट करवा दो ये अंदर, अपने को लिमिट्स आ रही ना, लिमिट्स नूं पुट करवा दो, इस टर्म नूं बाहर कढ़ लो। 3/2 आ, तो बाहर निकल के अगर मैं इन्हूं उपर लै जाऊँगी तो की बन जाऊगा 2/3। दैन अंदर की बच गया एक्स दी पावर 3/2, दैन 4 to 2 कैंसल। टर्म कि बची जस्ट 2। हुण ये अंदर की हुंदा सी अपने कोल अपर लिमिट्स माइनस लोअर लिमिट, और अपर लिमिट मेरे को कितनी 4 माइनस लोअर लिमिट कितनी है जी 2। ठीक है जी। हुण इस टर्म नूं तुसीं सॉल्व आउट कर ही सकते हो। ठीक है जी। दैन ही तो थोड़ा सिंपली है कितना बन जाऊगा 8। किस तरह तुसीं इस तरह भी लै सकते हो 2 की स्केयरिंग इंटू 3/2 माइनस दिस टर्म थोड़ी सीधी रूट च बन जाऊगी, 8 तो बनी जाना, नाल की बन जाना रूट का 8। ठीक है जी। तो की हो गया मेरे को 8 माइनस रूट 8। इन्नी टर्म समझ लगी सब नूं। तो रूट 8 नूं सॉल्व आउट कर सकते हो किस तरीके नाल, देखो 2 8 अंदर कितना लिख सकते हैं 4 × 2 लिख सकते हैं। यस। और 4 का रूट कितना होंदा है जी 2। ठीक है जी। 2 8 माइनस 4 का रूट कितना हो गया मेरा 2, तो अंदर की बच गया जी रूट 2। ये नहीं चीज़ समझ लगी। हुण 2 नूं अंदर मल्टीप्लाई करवा दो तो कितना हो गया 16 माइनस 2 × 2 4 रूट 2। और ये मेरा एरिया आ रहा है कर्व दा स्क्वेयर यूनिट्स। समझ लगी जी। आप कर्व दा एरिया किस तरह फाइंड करते हैं, देख लो सारा स्टैप एक बार ध्यान नाल चैक कर लो कि पहले तो आप सिर्फ स्टेटमेंट ध्यान नाल समझनी आ, फिर आप की डायग्राम ड्रॉ करनी आ। ठीक है जी। फिर आप रीजन देखना आ कि किहड़ा आ किस एरिया नूं फाइंड करना, दैन लास्ट आप एरिया फाइंड कर देंगे उस चीज़ का। चलिए नेक्स्ट देखो फाइंड द एरिया ऑफ द रीजन बाउंडेड बाय एक्स स्क्वेयर इज इक्वल टू वाई माइनस 3, दैन वाई की वैल्यू 4, वाई की वैल्यू 6 एंड द वाई एक्सिस इन द फर्स्ट क्वाड्रेंट। ठीक है जी। अगेन इक्वेशन नूं ध्यान नाल देख लो, और गल हो रही है वाई एक्सिस की और फर्स्ट क्वाड्रेंट की। इक्वेशन गिवन है, इसका मतलब क्या है कि मेरे को
इक्वेशन देख के पता चलता है कि अपवर्ड पैराबोला बनूगा, ठीक है जी। और ये भी मैंने पता है कि फर्स्ट क्वाड्रेंट और वाई एक्सिस च बनूगा। ਹੁਣ ਆ ਗਈ ਗੱਲ ਵਰਟੈਕਸ ਦੀ। ਜਿੱਦਾਂ ਪਹਿਲੀ ਵਾਲੀ ਸਮ ਦੇ ਵਿੱਚ ਵਰਟੈਕਸ ਪਤਾ ਹੀ ਸੀ 0 0 ਆ। ਹੁਣ ਇਹਦੇ ਵਿੱਚ ਦੇਖੋ ਵਰਟੈਕਸ ਚੈੱਕ ਕਰਨੀ ਆ। ਫਸਟ ਕੀ ਆ ਕਿ ਇਹਦੇ ਵਿੱਚ ਤੁਸੀਂ ਵਰਟੈਕਸ ਚੈੱਕ ਕਰਨ ਲਈ ਫਸਟ ਪਹਿਲਾਂ ਦੇਖੋ ਇਕੁਏਸ਼ਨ ਮੇਰੇ ਕੋਲ ਪੈਰਾਬੋਲੇ ਦੀ ਕੀ ਹੈ ਜੀ, ਐਕਸ ਸਕੁਅਰ ਇਜ਼ ਇਕੁਅਲ ਟੂ ਵਾਈ ਮਾਈਨਸ 3। ਇਹਨਾਂ ਤੋਂ ਪਤਾ ਚੱਲ ਗਿਆ ਕਿ ਮੇਰਾ ਅੱਪਰ ਸਾਈਡ ਪੈਰਾਬੋਲਾ ਬਣੇਗਾ। ਬਟ ਵਰਟੈਕਸ ਵੀ ਜ਼ਰੂਰੀ ਹੈ ਨਾ ਚੈੱਕ ਕਰਨੀ। ਅੱਪਵਰਡ ਤੋਂ ਬਣ ਜਾਊਗਾ, ਠੀਕ ਹੈ ਜੀ। ਦੈਨ ਲਾਈਨਸ ਮੈਨੂੰ ਕੀ ਗਿਵਨ ਆ 4 ਐਂਡ 6। ਹੁਣ ਆ ਗਈ ਗੱਲ ਵਰਟੈਕਸ ਦੀ। ਤਾਂ ਵਰਟੈਕਸ ਇਹਦਾ ਓਰੀਜਨ ਤੋਂ ਤਾਂ ਨਹੀਂ ਜਾ ਰਿਹਾ, ਤਾਂ ਵਰਟੈਕਸ ਚੈੱਕ ਕਰਨ ਲਈ ਕੀ ਕਰਦੇ ਹਾਂ, ਪੁੱਟ ਐਕਸ ਇਜ਼ ਇਕੁਅਲ ਟੂ 0, ਠੀਕ ਹੈ ਜੀ। ਜਦੋਂ ਮੈਂ ਐਕਸ ਨੂੰ 0 ਪੁੱਟ ਕਰਤਾ ਦੈਨ ਵਾਈ ਮਾਈਨਸ 3 ਦੈਨ ਵਾਈ ਇਜ਼ ਇਕੁਅਲ ਟੂ 3। ਇਹਦਾ ਮਤਲਬ ਐਕਸ ਕਿੰਨਾ ਆ ਗਿਆ ਮੇਰੇ ਕੋਲ 0 ਔਰ ਵਾਈ ਦੀ ਵੈਲਿਊ ਕਿੰਨੀ ਆ ਗਈ ਜੀ 3। ਤਾਂ ਇਹ ਕੀ ਆ ਗਿਆ ਜੀ ਮੇਰੇ ਕੋਲ ਵਰਟੈਕਸ, ਠੀਕ ਹੈ ਜੀ। ਇਹਦਾ ਮਤਲਬ ਕੀ ਹੈ ਕਿ ਐਕਸ 0 ਦੈਨ ਵਾਈ ਦੀ ਵੈਲਿਊ ਕਿੰਨੀ ਆ ਰਹੀ ਹੈ 3। ਇਟ ਮੀਨਸ ਇੱਥੇ ਕਿਤੇ 1 ਹੋਏਗਾ, ਇੱਥੇ 2 ਹੋਏਗਾ, ਇੱਥੇ 3। ਇਹਦਾ ਮਤਲਬ ਮੇਰੇ ਕੋਲ ਜਿਹੜਾ ਮੇਰਾ ਪੈਰਾਬੋਲਾ ਆ ਉਹ ਕਿਸ ਜਗ੍ਹਾ 'ਤੇ ਜਾ ਕੇ ਡਰਾ ਹੋਏਗਾ, ਇਸ ਵਰਟੈਕਸ 'ਤੇ। ਇੰਨੀ ਗੱਲ ਸਮਝ ਲੱਗੀ, ਠੀਕ ਹੈ ਜੀ। ਆਪਾਂ ਓਰੀਜਨ ਤੋਂ ਨਹੀਂ ਸਟਾਰਟ ਕਰ ਦੇਣਾ ਬਿਕੋਜ਼ ਇਕੁਏਸ਼ਨ ਚੇਂਜ ਹੋ ਰਹੀ ਆ, ਠੀਕ ਆ। ਇਸ ਇਕੁਏਸ਼ਨ ਤੋਂ ਸਿਰਫ ਮੈਨੂੰ ਇੰਨਾ ਪਤਾ ਚੱਲਿਆ ਕਿ ਮੇਰਾ ਅੱਪਵਰਡ ਬਣਨਾ ਹੈ, ਬਟ ਵਰਟੈਕਸ ਵੀ ਚੈੱਕ ਕਰਨੀ ਜ਼ਰੂਰੀ ਆ, ਠੀਕ ਆ ਜੀ। 0 3 ਆ ਗਿਆ। ਹੁਣ ਨੈਕਸਟ ਚਲੋ ਲਾਈਨਸ 'ਤੇ ਵਾਈ ਦੀ ਵੈਲਿਊ ਕਿੰਨੀ ਦਿੱਤੀ ਆ 4। ਇੱਥੇ 3 ਆ ਤਾਂ ਇੱਥੇ ਕਿਤੇ ਹੋਏਗਾ 4, ਠੀਕ ਹੈ ਜੀ। ਦੈਨ ਹੋ ਰਿਹਾ ਇੱਥੇ 5 ਹੋਏਗਾ, ਇੱਥੇ ਕਿਤੇ ਹੋਏਗਾ ਜੀ ਮੇਰਾ 6, ਠੀਕ ਹੈ ਜੀ। ਵਾਈ ਐਕਸਿਸ ਆ ਕੀ ਹੁੰਦੀ ਆ ਆਪਣੀ ਐਕਸ ਐਕਸਿਸ, ਆ ਕੀ ਹੋ ਗਿਆ ਜੀ ਮੇਰਾ ਓਰੀਜਨ। ਹੁਣ ਦੇਖੋ ਅਗਰ ਮੇਰੇ ਐਕਸ ਦੇ ਉੱਤੇ ਪੁਆਇੰਟਸ ਗਿਵਨ ਹੁੰਦੇ ਸੀਗੇ ਤਾਂ ਪੈਰਲਲ ਟੂ ਵਾਈ ਜਾਂਦੇ ਹੁੰਦੇ ਸੀ। ਹੁਣ ਮੇਰੇ ਵਾਈ ਦੇ ਉੱਤੇ ਪੁਆਇੰਟਸ ਗਿਵਨ ਆ ਤਾਂ ਪੈਰਲਲ ਟੂ ਕਿਤੇ ਜਾਣਗੇ ਜੀ ਉਹ ਐਕਸ ਦੇ। ਇੰਨੀ ਚੀਜ਼ ਸਮਝ ਲੱਗੀ। ਹੁਣ ਦੇਖੋ ਗੱਲ ਹੋਈ ਹੈ ਕਰਵ ਦੀ, ਤਾਂ ਕਰਵ ਮੇਰੇ ਕੋਲ ਕੀ ਆ, ਕਰਵ ਦੀ ਇਕੁਏਸ਼ਨ ਵਾਈ ਐਕਸ ਸਕੁਅਰ ਇਜ਼ ਇਕੁਅਲ ਟੂ ਵਾਈ ਮਾਈਨਸ 3। ਦੈਨ ਆਹ ਵਾਲੀ ਲਾਈਨ ਕਿਹਦੇ ਇਕੁਅਲ ਆ ਜੀ, ਐਕਸ ਇਜ਼ ਸੋਰੀ ਵਾਈ ਇਜ਼ ਇਕੁਅਲ ਟੂ 6। ਦੈਨ ਆਹ ਵਾਲੀ ਲਾਈਨ ਵਾਈ ਇਜ਼ ਇਕੁਅਲ ਟੂ 4। ਦੈਨ ਆਹ ਚੀਜ਼ ਕਿਹਨੂੰ ਡਿਨੋਟ ਕਰ ਰਹੀ ਆ, ਵਾਈ ਐਕਸਿਸ ਨੂੰ, ਅਤੇ ਇਹ ਮੇਰੀ ਕੀ ਹੋ ਜੂਗੀ ਜੀ ਵਾਈ ਐਕਸਿਸ। ਇਹਦਾ ਮਤਲਬ ਮੇਰੇ ਕੋਲ ਰੀਜ਼ਨ ਕਿਹੜਾ ਫਾਈਂਡ ਹੋ ਰਿਹਾ ਆ, ਹਾਂ ਵਾਲਾ। ਮੈਂ ਇਸ ਰੀਜ਼ਨ ਦਾ ਹੀ ਏਰੀਆ ਫਾਈਂਡ ਕਰੂੰਗੀ, ਠੀਕ ਹੈ ਜੀ। ਔਰ ਗੱਲ ਹੋ ਰਹੀ ਸੀ ਫਸਟ ਕੁਆਡਰੈਂਟ ਦੀ, ਤਾਂ ਆਹ ਦੇਖੋ ਫਸਟ ਕੁਆਡਰੈਂਟ 'ਚ ਹੀ ਬਣ ਰਿਹਾ ਆ, ਠੀਕ ਹੈ ਜੀ। ਤਾਂ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਸਮਝਣਾ ਆ ਔਰ ਬਾਕੀ ਸੇਮ ਕਨਸੈਪਟ ਹੀ ਆ, ਠੀਕ ਹੈ ਜੀ। ਦੈਨ ਹੁਣ ਕੀ ਹੋ ਗਿਆ ਕਿ ਆਪਾਂ ਡਾਇਗਰਾਮ ਵੀ ਡਰਾ ਕਰ ਲਈ ਆ, ਠੀਕ ਆ। ਦੈਨ ਮੈਨੂੰ ਪਤਾ ਵੀ ਲੱਗ ਗਿਆ ਹੈ ਕਿ ਰੀਜ਼ਨ ਬਾਊਂਡਡ ਕਿਹੜਾ ਆ। ਨੈਕਸਟ ਸਟੈਪ ਕੀ ਹੁੰਦਾ ਜੀ, ਏਰੀਆ ਫਾਈਂਡ ਕਰਨਾ। ਤਾਂ ਇਹਨੂੰ ਵੀ ਨਾਮ ਦੇ ਦਿਓ A B C ਔਰ D, ਠੀਕ ਹੈ ਜੀ। ਦੈਨ ਮੇਰਾ ਰਿਕੁਆਇਰਡ ਏਰੀਆ ਕਿਆ ਆ ਜਾਊਗਾ, ਰਿਕੁਆਇਰਡ ਏਰੀਆ ਇਜ਼ ਇਕੁਅਲ ਟੂ ਏਰੀਆ ABCD। ਅਤੇ ਇਹਦੇ ਵਿੱਚ ਕੀ ਆ, ਹੁਣ ਗੱਲ ਹੋ ਰਹੀ ਹੈ ਵਾਈ ਐਕਸਿਸ ਦੀ, ਠੀਕ ਹੈ ਜੀ। ਇਹਦਾ ਮਤਲਬ ਕੀ ਹੋ ਗਿਆ ਐਕਸ ਵਿਦ ਰਿਸਪੈਕਟ ਟੂ ਵਾਈ ਹੋਏਗਾ ਔਰ ਲਿਮਿਟਸ ਮੇਰੀਆਂ ਕਿਹੜੀਆਂ ਚੱਲ ਰਹੀਆਂ 4 ਤੋਂ 6 ਤੱਕ, ਠੀਕ ਹੈ ਜੀ। ਹੁਣ ਸੇਮ ਚੀਜ਼ ਫਿਰ ਆ ਰਹੀ ਆ, ਮੈਨੂੰ ਇੱਥੇ ਐਕਸ ਦੀ ਵੈਲਿਊ ਚਾਹੀਦੀ ਆ ਔਰ ਮੇਰੇ ਕੋਲ ਇਕੁਏਸ਼ਨ ਕੀ ਆ ਜੀ ਐਕਸ ਸਕੁਏਅਰ 'ਚ। ਤਾਂ ਚੈੱਕ ਕਰ ਸਕਦੇ ਹੋ ਐਕਸ ਸਕੁਏਅਰ ਵਾਈ ਮਾਈਨਸ 3 ਦੇ ਵਿੱਚ ਐਕਸ ਫਾਈਂਡ ਕਰ ਸਕਦੇ ਹਾਂ, ਯੈਸ। ਸਕੇਅਰਿੰਗ ਉੱਧਰ ਜਾ ਕੇ ਕੀ ਕਨਵਰਟ 'ਚ ਹੋ ਜੂਗੀ ਰੂਟਸ। ਤਾਂ ਐਕਸ ਦੀ ਵੈਲਿਊ ਆ ਗਈ, ਤਾਂ ਪੁੱਟ ਕਰ ਦਿਓ ਜੀ ਇੱਥੇ ਲਿਮਿਟਸ 4 to 6, ਐਕਸ ਦੀ ਵੈਲਿਊ ਰੂਟ ਵਾਈ ਮਾਈਨਸ 3 ਡੀ ਵਾਈ, ਠੀਕ ਹੈ ਜੀ। ਦੈਨ ਅਗੇਨ ਤੁਹਾਨੂੰ ਆਉਂਦਾ ਹੀ ਹੈ रूट ਨੂੰ सॉल्व आउट करना y माइनस 3 1/2 डी वाई, ठीक है जी। इंटीग्रेशन सॉल्व आउट कर दो y माइनस 3 1/2 + 1 1/2 + 1 और लिमिट्स मेरिया चल रही हैं 4 to 6, ठीक है जी। तो की बन गया y माइनस 3 3/2 3/2 एलसीएम लैके, तो लिमिट्स चल रही हैं मेरिया 4 to 6 देन 2/3, ठीक है जी। अंदर की बच गया y माइनस 3 3/2 6 4। ਹੁਣ ਇੱਥੋਂ ਸॉल्व आउट कर सकते हो अपर लिमिट्स माइनस लोअर लिमिट, ठीक है जी। तो की बन जूगा थोड़ा अपर लिमिट्स माइनस लोअर लिमिट। अपर लिमिट कितनी है जी 6 माइनस 3 माइनस लोअर लिमिट कितनी है जी 4 माइनस 3, ठीक है जी। हम सॉल्व आउट तो कर ही सकते हो इन्नी टर्म में, तो ठीक है जी। सॉल्व आउट कर लियो, दैन थोड़ा एरिया फाइंड हो जाएगा।
ਨੈਕਸਟ ਦੇਖੋ ਜੀ, ਯੂਜ਼ਿੰਗ ਦਾ ਡੈਫੀਨਿਟ ਇੰਟੈਗਰਲਸ ਫਾਈਂਡ ਦਾ ਏਰੀਆ ਆਫ ਦਾ ਸਰਕਲ। ਹੁਣ ਤੁਹਾਨੂੰ ਦੱਸਿਆ ਸੀਗਾ ਜਿੱਥੇ ਸਕੇਅਰਿੰਗ ਆ ਜਾਵੇ ਦੋਨੋਂ ਸਾਈਡ, ਐਕਸ ਦੀ ਵੀ ਔਰ ਵਾਈ ਦੀ ਵੀ, ਉਹ ਜਾਂ ਤਾਂ ਕਿਹਦੀ ਹੋ ਸਕਦੀ ਹੈ ਇਕੁਏਸ਼ਨ, ਐਲਿਪਸ ਦੀ ਜਾਂ ਫਿਰ ਸਰਕਲ ਦੀ। ਹੁਣ ਇੱਥੋਂ ਦੇਖ ਕੇ ਤੁਹਾਨੂੰ ਪਤਾ ਚੱਲਦਾ ਕਿ ਕਿਹਦੀ ਆ, ਸਰਕਲ ਦੀ, ਕਿਉਂਕਿ ਐਲਿਪਸ ਦੀ ਕਿੱਦਾਂ ਦੀ ਹੁੰਦੀ ਹੈ, ਐਕਸ ਸਕੁਏਅਰ ਅਪੋਨ 9 ਪਲੱਸ ਵਾਈ ਸਕੁਏਅਰ ਅਪੋਨ 4 ਇਜ਼ ਇਕੁਅਲ ਟੂ 1। ਕੁਛ ਵੀ ਹੋ ਸਕਦਾ ਨਾ, ਇਸ ਤਰ੍ਹਾਂ ਦੀ ਇਕੁਏਸ਼ਨ ਹੁੰਦੀ ਆ, ਉਹ ਐਲਿਪਸ ਦੀ ਹੁੰਦੀ ਆ। ਹੁਣ ਆਹ ਮੈਨੂੰ ਪਤਾ ਹੈ ਕਿ ਇਹਦੀ ਹੋ ਰਹੀ ਹੈ ਜੀ ਸਰਕਲ ਦੀ, ਤਾਂ ਆਪਣਾ ਸਰਕਲ ਹੋ ਗਿਆ। ਹੁਣ ਇਹ ਦੀ ਗੱਲ ਆ, ਇਹ ਆਪਣਾ ਕੀ ਹੋ ਜਾਊਗਾ, ਸੈਂਟਰ ਰੇਡੀਅਸ ਏ, ਠੀਕ ਆ ਜੀ। ਹੁਣ ਇਸ ਤਰ੍ਹਾਂ ਹੋ ਸਕਦਾ ਆ, ਹਾਂ ਤਾਂ ਮੇਰਾ ਰੀਜ਼ਨ 0 ਹੀ ਆ, ਠੀਕ ਹੈ ਜੀ, ਰੀਜ਼ਨ ਮੇਰਾ 0 ਆ। ਇਕੁਏਸ਼ਨ ਮੇਰੇ ਕੋਲ ਕਿਹੜੀ ਗਿਵਨ ਆ ਜੀ ਸਰਕਲ ਦੀ, ਐਕਸ ਸਕੁਏਅਰ ਪਲੱਸ ਵਾਈ ਸਕੁਏਅਰ ਇਜ਼ ਇਕੁਅਲ ਟੂ ਏ ਸਕੁਏਅਰ। ਅਕੋਰਡਿੰਗ ਟੂ ਫਾਰਮੂਲਾ ਫਿਰ ਮੈਨੂੰ ਵਾਈ ਚਾਹੀਦੀ ਆ, ਵਾਈ ਸਕੁਏਅਰ ਇਜ਼ ਇਕੁਅਲ ਟੂ ਏ ਸਕੁਏਅਰ, ਪੋਜ਼ੀਟਿਵ ਦਾ ਉੱਧਰ ਜਾ ਕੇ ਕਿਹੜਾ ਹੋ ਗਿਆ ਜੀ ਮੇਰਾ, ਨੈਗੇਟਿਵ ਦਾ ਐਕਸ ਸਕੁਏਅਰ, ਠੀਕ ਹੈ ਜੀ। ਹੁਣ ਧਿਆਨ ਦਿਓ, ਮੈਂ ਕੀ ਬੋਲਿਆ ਕਿ ਤੁਹਾਡਾ ਇਹ ਕੀ ਹੈ ਜੀ, ਰੇਡੀਅਸ, ਸੈਂਟਰ ਪਾਰਟ, ਸੈਂਟਰ ਪਾਰਟ ਹੋ ਸਕਦਾ ਆ। ਹੁਣ ਦੇਖੋ ਸਰਕਲ ਦੀ ਗੱਲ ਹੋ ਰਹੀ ਆ, ਉਹਨੇ ਪੂਰੇ ਸਰਕਲ ਦੀ ਗੱਲ ਕੀਤੀ ਆ, ਤਾਂ ਮੇਰਾ ਜਿਹੜਾ, ਜਦੋਂ ਆਪਾਂ ਵਾਈ ਔਰ ਐਕਸ ਐਕਸਿਸ 'ਤੇ ਦੇਖਦੇ ਹਾਂ ਕਿ ਮੇਰਾ ਸਮਿਟਰੀਕਲ ਅਬਾਊਟ ਬੋਥ ਐਕਸਿਸ 'ਤੇ ਬਣ ਰਿਹਾ, ਠੀਕ ਹੈ ਜੀ, ਐਕਸ ਔਰ ਵਾਈ 'ਤੇ ਵੀ। ਤਾਂ ਮੈਂ ਇਹਦੇ ਵਿੱਚੋਂ ਅਗਰ ਇੱਕ ਦਾ ਵੀ ਰੀਜ਼ਨ ਫਾਈਂਡ ਕਰਦੀ ਹਾਂ, ਇੱਕ ਦਾ ਵੀ ਏਰੀਆ ਫਾਈਂਡ ਕਰਦੀ ਹਾਂ, ਤਾਂ ਬਾਕੀ ਤਿੰਨਾਂ ਦਾ ਵੀ ਆ ਜਾਊਗਾ ਸਰਕਲ ਦਾ। ਮਤਲਬ ਇੱਕ ਦਾ ਫਾਈਂਡ ਕਰ ਲਓ ਤਾਂ ਬਾਕੀ ਦਾ ਵੀ ਪੂਰੇ ਸਰਕਲ ਦਾ ਆ ਜਾਂਦਾ ਹੁੰਦਾ ਆ। ਕਿਸ ਤਰ੍ਹਾਂ ਉਹ ਆਪਾਂ ਦੇਖਦੇ ਹਾਂ, ਅਗਰ ਸਪੋਜ਼ ਕਰੋ ਮੈਂ ਇਸ ਸਾਈਡ ਦਾ ਫਾਈਂਡ ਕਰ ਰਹੀ ਹਾਂ, ਅਤੇ ਕੀ ਹੋ ਰਿਹਾ ਮੇਰਾ, ਐਕਸ ਇਜ਼ ਇਕੁਅਲ ਟੂ ਏ ਪੁਆਇੰਟ, ਠੀਕ ਹੈ ਜੀ, ਬੋਥ ਐਕਸਿਸ 'ਤੇ ਆ। ਤਾਂ ਰਿਕੁਆਇਰਡ ਏਰੀਆ ਆਪਣਾ ਕੀ ਬੋਲਦਾ ਹੁੰਦਾ, ਰਿਕੁਆਇਰਡ ਏਰੀਆ, ਠੀਕ ਆ ਜੀ। ਹੁਣ ਤਾਂ ਇਹਦੇ ਵਿੱਚ ਮੈਂ ਏ ਬੀ ਸੀ ਡੀ ਨਾਮ ਨਹੀਂ ਦੇ ਸਕਦੀ, ਸਰਕਲ ਦੀ ਗੱਲ ਹੋ ਰਹੀ ਆ, ਤਾਂ ਇੰਨੇ ਪੋਰਸ਼ਨ ਦਾ ਅਗਰ ਮੈਂ ਫਾਈਂਡ ਕਰੂੰਗੀ ਸਰਕਲ ਦਾ, ਦੈਨ ਬਾਕੀ ਦਾ ਆਪਣੇ ਆਪ ਨਿਕਲ ਸਕਦਾ। ਕਿਸ ਤਰ੍ਹਾਂ ਨਾਲ ਦੇਖੋ, ਹੁਣ ਸਰਕਲ ਦੀਆਂ ਕਿੰਨੀਆਂ ਇਸ 'ਤੇ ਸਾਈਡਸ ਸ਼ੋ ਹੋ ਰਹੀਆਂ ਤੁਹਾਨੂੰ, 4, ਤਾਂ ਕੀ ਹੋ ਗਿਆ ਜੀ 4, ਏ ਟੂ ਬੀ ਵਾਈ ਵਿਦ ਰਿਸਪੈਕਟ ਟੂ ਐਕਸ, ਇਹੀ ਫਾਰਮੂਲਾ ਬਣੇਗਾ 4 ਇਹਦੀਆਂ, ਠੀਕ ਹੈ ਜੀ। ਹੁਣ 4 ਐਜ਼ ਇਟ ਇਜ਼, ਹੁਣ ਮੈਂ ਵਾਈ ਦੀ ਵੈਲਿਊ ਫਾਈਂਡ ਕਰਨੀ ਹੈ ਇਹਦੇ ਵਿੱਚ, ਤਾਂ ਵਾਈ ਦੀ ਵੈਲਿਊ ਕਿੰਨੀ ਹੋ ਗਈ, ਸਕੇਅਰਿੰਗ, ਦੂਸਰੀ ਸਾਈਡ ਜਾ ਕੇ ਕੀ ਬਣ ਗਿਆ, ਰੂਟ, ਠੀਕ ਹੈ ਜੀ। ਤਾਂ ਇਹਦੇ ਵਿੱਚ ਪੁੱਟ ਕਰ ਦਿਓ ਏ ਟੂ ਬੀ, ਹੁਣ ਦੇਖੋ ਏ ਟੂ ਬੀ ਹੀ ਜਾਊਗਾ, ਮੇਰੇ ਕੋਲ ਇੱਥੇ ਕੀ ਹੈ 0, ਦੈਨ ਇੱਥੇ ਕੀ ਬਣ ਜਾਊਗਾ ਮੇਰਾ, ਐਕਸ ਇਜ਼ ਇਕੁਅਲ ਟੂ 0 ਔਰ ਐਕਸ ਇਜ਼ ਇਕੁਅਲ ਟੂ ਏ। 2 ਪੁਆਇੰਟਸ ਤਾਂ ਲੈਣੇ ਹੀ ਹੁੰਦੇ ਆ ਸਰਕਲ ਦੇ ਵਿੱਚ, ਆਪਾਂ ਲਿਮਿਟਸ ਲੈਣ ਲਈ 2 ਪੁਆਇੰਟਸ ਤਾਂ ਲੈਣੇ ਹੁੰਦੇ ਆ। ਇੱਕ ਲਿਮਿਟ ਮੇਰੇ ਕੋਲ ਐਕਸ ਦੀ 0 ਆ ਗਈ, ਦੂਸਰੀ ਮੇਰੇ ਕੋਲ ਏ ਆ ਗਿਆ ਪੁਆਇੰਟ, ਠੀਕ ਹੈ ਜੀ। ਤੋ ਵਾਈ ਡੀ ਐਕਸ, ਵਾਈ ਦੀ ਵੈਲਿਊ ਕਿੰਨੀ ਹੋ ਗਈ, ਏ ਸਕੁਏਅਰ ਮਾਈਨਸ ਐਕਸ ਸਕੁਏਅਰ ਡੀ ਐਕਸ। ਹੁਣ ਲਿਮਿਟਸ ਪੁੱਟ ਕਰ ਦਿਓ 4, ਲਿਮਿਟਸ ਮੇਰੀਆਂ ਕਿਹੜੀਆਂ ਆ ਰਹੀਆਂ ਆ, ਏ ਦੀ ਜਗ੍ਹਾ 'ਤੇ 0, ਦੈਨ ਬੀ ਦੀ ਜਗ੍ਹਾ 'ਤੇ ਏ ਸਕੁਏਅਰ ਮਾਈਨਸ ਐਕਸ ਸਕੁਏਅਰ ਡੀ ਐਕਸ, ਇੰਨੀ ਚੀਜ਼ ਹੋਈ। ਹੁਣ ਧਿਆਨ ਨਾਲ ਦੇਖੋ, ਆਹ ਵਾਲਾ ਕਿਤੇ ਦੇਖੀ ਚੀਜ਼ ਲੱਗਦੀ, ਰੂਟ ਏ ਸਕੁਏਅਰ ਮਾਈਨਸ ਐਕਸ ਸਕੁਏਅਰ ਡੀ ਐਕਸ ਇੰਟੀਗ੍ਰੇਸ਼ਨ ਦੇ ਅੰਦਰ ਦੇਖੀ ਲੱਗਦੀ ਆ, ਯੈਸ। ਤਾਂ ਕਿਹਦਾ ਫਾਰਮੂਲਾ ਆ, ਜਿਹੜਾ ਆਪਾਂ ਤੁਹਾਨੂੰ ਪਿੱਛੇ ਹੀ ਦੱਸ ਕੇ ਹਟੇ ਸੀਗੇ, ਆਹ ਵਾਲਾ ਸੇਮ ਆਹੀ ਫਾਰਮੂਲਾ ਆ, ਠੀਕ ਹੈ ਜੀ। ਉੱਤੇ ਤਾਂ ਇਹਨੂੰ ਅਪਲਾਈ ਕਰਵਾਓ, ਇਹੀ ਚੀਜ਼ ਬਣ ਰਹੀ ਹੈ ਨਾ, ਤਾਂ ਫਾਰਮੂਲਾ ਅਪਲਾਈ ਕਰਵਾ ਦਿਓ ਇੰਟੀਗ੍ਰੇਸ਼ਨ ਸੌਲਵ ਆਊਟ ਕਰਨ ਦਾ। 4 ਐਜ਼ ਇਟ ਇਜ਼, ਦੈਨ ਅੰਦਰ ਕੀ ਆ ਜਾਊਗਾ ਫਿਰ ਐਕਸ ਇੰਟੂ ਰੂਟ ਏ ਸਕੁਏਅਰ ਮਾਈਨਸ ਐਕਸ ਸਕੁਏਅਰ ਅਪੋਨ ਕੀ ਆ ਰਿਹਾ ਸੀ ਮੇਰਾ 2 प्लस ए स्क्वेयर अपॉन 2 साइन इनवर्स एक्स अपॉन ए, और लिमिट्स किहड़ियां जा रही हैं 0 टू ए तक, ठीक है जी, 0 टू ए तक चल रही हैं। तो नैक्सट अपना स्टैप कहता सी अपर लिमिट्स माइनस लोअर लिमिट, अपर लिमिट्स माइनस लोअर लिमिट, तो पुट कर दो 4 एज इट इज़। अपर लिमिट कितनी है जी मेरे को, ए स्क्वेयर माइनस ए स्क्वेयर अपॉन 2 प्लस ए स्क्वेयर अपॉन 2 साइन इनवर्स ए अपॉन ए, अपर लिमिट माइनस लोअर लिमिट, लोअर लिमिट कितनी है जी 0, तो पुट करो 0 ए स्क्वेयर माइनस 0 स्क्वेयर अपॉन 2 प्लस ए स्क्वेयर अपॉन 2 साइन इनवर्स 0 अपॉन ए, ठीक है जी। इन्नी चीज़ हुई। ਹੁਣ ਆ ਦੇਖੋ ए स्क्वेयर माइनस ए स्क्वेयर 0, तो इधरली सारी टर्म 0 ਨੂੰ ए ਨਾਲ ਮਲਟੀਪਲਾਈ ਕੀਤਾ 0 ਨੂੰ 2 ਨਾਲ डिवाइड ਕੀਤਾ 0, इट मीनस मेरे को आ वाली सारी टर्म की बन गई जी 0 प्लस
तो आ गई ए स्क्वेयर अपॉन 2 साइन इनवर्स ए नाल ए कैंसल होके की आ गया जी मेरा 1 माइनस हुण इधर चलो की बनता पिया आ 0 मतलब ए स्क्वेयर 0 नूं ए सारी टर्म नाल मल्टीप्लाई कर दो आंसर इज 0 0 नूं 2 नाल डिवाइड कर दो आंसर इज अगेन 0 दैन साइन किहड़ा आ रहा जी प्लस का तो की हो गया ए स्क्वेयर अपॉन 2 साइन इनवर्स 0 अपॉन ए मतलब की हो गया साइन इनवर्स 0। ठीक है जी, इन्नी चीज़ लगी समझ, इन्नी चीज़ समझ लगी सारिਆਂ ਨੂੰ। और साइन इनवर्स 0 मतलब 0 तो वाली सारी टर्म की हो जाएगी मेरे को 0, तो मेरे को जस्ट बच के जाऊगी 4 ए स्क्वेयर अपॉन 2 साइन इनवर्स 1 की वैल्यू पाई अपॉन 2 और आ देखो आ तो 0 ही सीगा साइन इनवर्स 0 की वैल्यू कितनी होंगी 0 0 नूं ए स्क्वेयर अपॉन 2 ना मल्टीप्लाई किया आंसर इज 0, तो ये तो सारी टर्म मेरी की बन जानी है जी भाई 0। ठीक है जी, हुण की बन रहा है 4 ए स्क्वेयर पाई अपॉन 2 इंटू 2 4 4 नाल 4 कैंसल आंसर की आ गया मेरे को पाई ए स्क्वेयर। ध्यान नाल देखो आप अगर एक साइड का फाइंड करते हैं तो मेरे तो पूरे सर्कल आ जाना क्योंकि 4 बन रही हैं साइड्स। ठीक है जी, तो मेरे को प्रॉपरली पूरे सर्कल का आ रहा आ वाली चीज़ तो पता चलता है कि आप फॉर्मूले की गल कर रहे हैं और पूरा फॉर्मूला पुट कर दो। ठीक है जी, रेडियस थाड़ा ए आ जाऊगा पॉइंट थाड़ा 0 आ जाऊगा एक एक्स का, इन्नी चीज़ समझ लगी। सेम चीज़ इलिप्स ते आ, अगर इलिप्स भी थोड़ा पता है इस तरह होंदा तो वह एक साइड भी तुम फाइंड करोगे इलिप्स का तो बाकी साइड्स का भी आ जाना, तो अगे की लग जाना थाड़ा 4 दैन बाकी सारी इलिप्स की इक्वेशन लग जाऊगी। ठीक है जी, और थानू पता चल गया है कि पहली गल ध्यान नाल तुसी कब देखनी है कि गिवन आ वो उस कब तो फाइंड हो जाना है कि वो सर्कल की गल कर रहा है, इलिप्स की गल कर रहा, स्ट्रेट लाइन की गल कर रहा है। ठीक है जी, या फिर पैराबोला की गल कर रहा है। इक्वेशन तो पता चली गल, फिर तुसी डायग्राम ड्रॉ करोगे, उस तो बाद क्या कि तुसी क्लोज रीजन फाउंड करोगे अगर उन्हें 4 चीज़ां दित्तियां होंदियां। हाँ देखो 1 2 3 4 4 चीज़ां आप चारों चीज़ां इत्थे लिआंदियां 4 चीज़ां लै आए। ठीक है जी, फिर आप देखा कि क्लोज रीजन आ यस, दैन उस तो बाद अपना नैक्सट स्टैप किहड़ा हुंदा सीगा जी एरिया फाइंड करना, और वो अपना फॉर्मूला दस चुके हैं आप। ठीक है जी, वर्टेक्स भी चैक करनी आ कि जिदा ये तो पता ही सीगा 0 0 आ, दैन ये वर्टेक्स इक्वेशन तो पता चलनी आ। ठीक है जी, कि 0 0 तो हो नहीं सकती, तो कि वर्टेक्स कि निकली थी 0 एंड 3। तो इस तरह ही ना सम्स नूं ध्यान नाल करना है। ठीक है, उस सर्कल इलिप्स तुहानूं किद्दां पता, वैसे तो इक्वेशन देख के ही पता चल जाने, बट फिर भी तुसी एक बारी अपनी +1 की मैथ की बुक नूं चुको, उहदे विच देखो स्ट्रेट लाइन वाला चैप्टर। ठीक है जी, दैन उस तो बाद विच देखो कॉनिक सैक्शन, तो तुहाडे लई ईजी रह जाएगा कि हाँ जी वर्टेक्स किस तरह फाइंड कर सकते हैं आप, और इक्वेशन देख के आप दस सकते हैं कि पैराबोला किहड़ी साइड का बन रहा है। ठीक है जी, ये सारिया चीज़ां तुहानूं उत्थों पता चल जानियां और आप +1 चों कीतियां होईयां। ठीक है जी, ट्राई करियो समझदी, अगर नहीं समझ आऊगा तो पूछ लियो। एक देखो जिमें ट्राइंगल वाली है कि यूजिंग द इंटीग्रेशन फाइंड द एरिया ऑफ द ट्राइंगल ए बी सी कोऑर्डिनेट्स हुज वर्टिसेस गिवन आपां नूं ए बी एंड सी। ठीक है जी, हुण जिहड़ी इक्वेशन 2 फॉर्म की इक्वेशन जिहड़ी अपने कोल 2 पॉइंट की फॉर्म की इक्वेशन हुंदी है वो किहड़ी हुंदी है जी, अगर याद होए तो फिर भी +1 दी आ, चलो तुहानूं आपां एक बार याद करा दिंदे आ किहड़ी इक्वेशन हुंदी है जी y माइनस y1। ठीक है जी, दैन नाल की हुंदा इज इक्वल टू y2 माइनस y1 अपॉन x2 माइनस x1 इंटू x माइनस x1। 2 फॉर्म की इक्वेशन आ वाली हुंदी आ, तो अपने को किहड़े पॉइंट्स 2 फॉर्म के चल रहे ए और बी। ठीक है जी, तो आ वाला लगावांगे, दैन फिर बी और सी, दैन अगेन आही, दैन फिर सी ए। ठीक है जी, सी ए दैन फिर हुई, तो मेरे को 3 पॉइंट्स आ जाते हैं, 3 लाइन्स आ जानियां। ठीक है जी, दैन फिर आप उन्होंने फाइंड करेंगे। हुण आ गया कि इहदी डायग्राम किद्दां बनूगी। फर्स्ट की दिता है ए पॉइंट 2 ते 0 मतलब एक्स की वैल्यू कितनी है 2, इत्थे 1 हो जाएगी, इत्थे 2 हो गई, तो वाई की वैल्यू कितनी है 0 मतलब आही बन रहा है। ठीक है जी, नैक्सट की है बी 4 5 मतलब एक्स की वैल्यू 4, एक्स की वैल्यू 4 कितने इत्थे कितने होएगा, दैन बी की वैल्यू कितनी दी है 5 मतलब इत्थे कितने होएगा। ठीक है जी, दैन नैक्सट सी की वैल्यू कितनी दी हुई है एक्स 6 इत्थे, और वाई की वैल्यू 3 मतलब इत्थे कितने। हुण गल हो रही है
ਟਰਾਇੰਗਲ ਦੀ। ਤਾਂ ਤੁਸੀਂ ਇਹਨਾਂ ਪੁਆਇੰਟਸ ਦੇ ਵਿੱਚੋਂ ਦੇਖਣਾ ਹੈ ਕਿ ਕਿਸ ਤਰ੍ਹਾਂ ਤੁਸੀਂ ਟਰਾਇੰਗਲ ਡਰਾ ਕਰ ਸਕਦੇ ਹੋ। ਆਹ ਤੋਂ ਪਤਾ ਹੀ ਚੱਲਦਾ ਬੀ ਪੁਆਇੰਟ, ਇੱਥੇ ਤੁਹਾਡੀ ਐਕਸ ਦੀ 4 ਆ ਰਹੀ ਹੈ, ਇੱਥੇ ਬੀ ਦੀ ਵੈਲਿਊ ਵਾਈ ਦੀ ਵੈਲਿਊ 5 ਆ ਰਹੀ ਆ। ਦੈਨ ਸੀ ਪੁਆਇੰਟ, ਇੱਥੇ ਤੁਹਾਡੀ ਐਕਸ ਦੀ ਵੈਲਿਊ 6 ਆ ਰਹੀ ਆ, ਦੈਨ ਇੱਥੇ ਵਾਈ 'ਤੇ 3 ਆ ਰਹੀਆਂ। ਤਾਂ ਤੁਸੀਂ ਆਰਾਮ ਨਾਲ ਡਰਾ ਕਰ ਸਕਦੇ ਹੋ ਨਾ ਟਰਾਇੰਗਲ। ਉਸ ਤੋਂ ਬਾਅਦ ਤੁਹਾਨੂੰ ਆਪਣਾ ਫਾਰਮੂਲਾ ਵੀ ਦੱਸਦਾ, ਠੀਕ ਆ ਜੀ। 2 ਪੁਆਇੰਟਸ ਦੀ ਇਕੁਏਸ਼ਨ 'ਤੇ ਫਾਈਂਡ ਕਰਨ ਨੂੰ ਪਹਿਲੋਂ ਏ ਬੀ 'ਤੇ, ਦੈਨ ਫਿਰ ਬੀ ਸੀ 'ਤੇ, ਦੈਨ ਫਿਰ ਸੀ ਏ 'ਤੇ, ਠੀਕ ਹੈ ਜੀ। 3 ਆ ਗਏ। ਔਰ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਮੇਰਾ ਸੀ ਡੀ ਆ ਉਹ ਕਿਹਦੇ ਪੈਰਲਲ ਹੋ ਰਿਹਾ ਆ, ਪਰਪੈਂਡੀਕੂਲਰ ਹੋ ਰਿਹਾ ਆ ਜੀ ਐਕਸ ਐਕਸਿਸ 'ਤੇ, ਠੀਕ ਹੈ ਜੀ। ਆਹ ਵਾਲਾ ਪੁਆਇੰਟ ਆਪਾਂ ਮੈਚ ਕਰਾ ਦਾਂਗੇ ਕਿ ਹਵਾ 'ਚ ਤਾਂ ਨਹੀਂ ਲਟਕਦਾ ਰਹੂਗਾ, ਠੀਕ ਹੈ ਜੀ, ਕਿਸੇ ਚੀਜ਼ 'ਤੇ ਪਰਪੈਂਡੀਕੂਲਰ ਹੀ ਹੋਊਗਾ ਸੀ ਪੁਆਇੰਟ, ਫਿਰ ਐਕਸ ਐਕਸਿਸ 'ਤੇ ਹੋ ਜਾਏਗਾ ਸੀ ਪੁਆਇੰਟ। ਔਰ ਰਿਕੁਆਇਰਡ ਏਰੀਆ ਫਿਰ ਇਹਦਾ ਫਾਈਂਡ ਕਰ ਸਕਦੇ ਹੋ ਤੁਸੀਂ, ਏਰੀਆ ਆਫ ਦਾ ਕੁਆਡਰੈਂਟ ਏ ਬੀ ਸੀ ਡੀ ਮਾਈਨਸ ਏਰੀਆ ਆਫ ਦਾ ਟਰਾਇੰਗਲ ਏ ਡੀ ਸੀ, ਠੀਕ ਹੈ ਜੀ। ਕੁਆਡਰੈਂਟ ਤੋਂ ਤੁਸੀਂ ਕਿਹਦਾ ਮਾਈਨਸ ਕਰ ਦੋਗੇ, ਟਰਾਇੰਗਲ ਦਾ ਏਰੀਆ। ਤਾਂ ਆਹ ਦੇਖੋ ਫਾਰਮੂਲਾ ਤਾਂ ਤੁਹਾਨੂੰ ਪਤਾ ਹੀ ਹੁੰਦਾ ਆ। ਔਰ ਇਹਦੇ ਵਿੱਚ ਤੁਸੀਂ 3 ਚੀਜ਼ਾਂ ਕੱਢ ਹੀ ਚੁੱਕੇ ਹੋ, ਸਾਰੀਆਂ ਚੀਜ਼ਾਂ ਇਹਦੇ ਵਿੱਚ ਪੁੱਟ ਕਰ ਦਿਓ, ਠੀਕ ਹੈ ਜੀ। ਦੈਨ ਤੁਹਾਡਾ ਆਨਸਰ ਆ ਜਾਏਗਾ। ਮੇਨ ਚੀਜ਼ ਇਹਦੇ ਵਿੱਚ ਕੀ ਆ, ਕੁਆਡਰੈਂਟ ਤਾਂ ਚਲੋ ਪਤਾ ਹੀ ਆ, ਏ ਬੀ ਸੀ ਡੀ ਆਹੀ ਬਣਦਾ ਪਿਆ ਆ, ਏ ਬੀ ਸੀ ਡੀ ਆਹ ਵਾਲਾ ਕੁਆਡਰੈਂਟ ਬਣਦਾ ਪਿਆ ਆ। ਇਹਦੇ ਵਿੱਚੋਂ ਤੁਸੀਂ ਇੰਨਾ ਆਹ ਤੋਂ ਨਹੀਂ ਲੈਣਾ ਨਾ, ਕਿਹਨੂੰ ਮਾਈਨਸ ਕਰਨਾ ਹੈ ਤੁਸੀਂ, ਟਰਾਇੰਗਲ ਨੂੰ, ਕਿਉਂਕਿ ਟਰਾਇੰਗਲ ਦੀ ਗੱਲ ਹੋ ਰਹੀ ਹੈ ਤਾਂ ਆਰਾਮ ਨਾਲ ਮਾਈਨਸ ਕਰ ਸਕਦੇ ਹੋ। ਔਰ ਮੇਨ ਗੱਲ ਸੀਗੀ ਟੂ ਪੁਆਇੰਟਸ ਆਪਾਂ ਕਿੱਦਾਂ ਫਾਈਂਡ ਕਰਨਾ, ਇਕੁਏਸ਼ਨ ਦੀ 2 ਫਾਰਮ ਦਾ ਫਾਰਮੂਲਾ ਦੱਸ ਚੁੱਕੇ ਆਪਾਂ, ਔਰ ਇਹ +1 ਦਾ ਫਾਰਮੂਲਾ ਆ, ਠੀਕ ਹੈ ਜੀ। ਅਤੇ ਇਹਨੂੰ ਲਗਾਓ ਔਰ ਲਾਸਟ 'ਚ ਇੱਥੇ ਜਾ ਕੇ ਫਾਈਂਡ ਕਰ ਦਿਓ, ਪੁੱਟ ਕਰ ਦਿਓ ਵੈਲਿਊਜ਼, ਠੀਕ ਹੈ ਜੀ। ਸੇਮ ਇਸ ਤਰ੍ਹਾਂ ਦੇ ਟਰਾਇੰਗਲਸ ਦੇ ਫਾਰਮੂਲਾਜ਼ ਆਈ ਜਾਣਗੇ, ਪੁੱਟ ਕਰੀ ਚਲਿਓ, ਬਿਕੋਜ਼ ਹਵਾ 'ਚ ਤਾਂ ਟਰਾਇੰਗਲ ਲਟਕ ਨਹੀਂ ਸਕਦੀ, ਕੋਈ ਪਰਪੈਂਡੀਕੂਲਰ ਤਾਂ ਹੋਏਗਾ ਹੀ, ਠੀਕ ਹੈ ਜੀ। ਬਸ ਇਹੀ ਚੀਜ਼ਾਂ ਆ ਜਿਹੜੀਆਂ ਤੁਸੀਂ ਥੋੜ੍ਹੀਆਂ ਬਹੁਤ ਧਿਆਨ 'ਚ ਰੱਖਣੀਆਂ ਆ। ਔਰ ਸਾਰੀ +1 ਦੇ ਪਹਿਲੋਂ ਧਿਆਨ ਰੱਖਣਾ ਹੈ ਕਿ ਤੁਸੀਂ +1 ਦੀ ਬੁੱਕ ਚੱਕੋ, ਫਾਰਮੂਲਾਜ਼ ਨੂੰ ਦੇਖੋ, ਪੈਰਾਬੋਲਾਜ਼ ਦੀਆਂ ਇਕੁਏਸ਼ਨਸ ਨੂੰ ਰੀਡ ਕਰੋ, ਇਲਿਪਸ ਦੀਆਂ, ਸਟ੍ਰੇਟ ਲਾਈਨਸ ਦੀਆਂ, ਸਰਕਲ ਦੀਆਂ ਸਾਰੀਆਂ ਇਕੁਏਸ਼ਨਸ ਪਤਾ ਹੋਣੀਆਂ ਚਾਹੀਦੀਆਂ ਆ। ਔਰ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ। ਇੰਟੀਗ੍ਰੇਸ਼ਨ ਦਾ ਪਾਰਟ ਸਾਰਿਆਂ ਨੂੰ ਹੁਣ ਆ ਹੀ ਚੁੱਕਾ ਆ, ਕਿਸ ਤਰ੍ਹਾਂ ਸੋਲਵ ਆਊਟ ਕਰਦੇ ਹੋ, ਲਿਮਿਟਸ ਲਗਾ ਕੇ, ਅੱਪਰ ਲਿਮਿਟਸ ਮਾਈਨਸ ਲੋਅਰ ਲਿਮਿਟ। ਹੁਣ ਤੁਹਾਨੂੰ ਦੱਸ ਵੀ ਦਿੱਤਾ ਹੈ, ਅਗਰ y² 9x ਆ, ਦੈਨ ਤੁਸੀਂ ਉਹਦੇ ਵਿੱਚੋਂ y ਦੀ ਵੈਲਿਊ ਕਿਸ ਤਰ੍ਹਾਂ ਕੱਢ ਸਕਦੇ ਹੋ, ਠੀਕ ਹੈ ਜੀ। x ਗਿਵਨ ਆ, ਉਹਦੇ ਵਿੱਚ ਤੁਸੀਂ x ਦੀ ਵੈਲਿਊ ਕਿਸ ਤਰ੍ਹਾਂ ਕੱਢ ਸਕਦੇ ਹੋ। ਇਹ ਚੀਜ਼ਾਂ ਨੂੰ ਅਪਲਾਈ ਕਰੋ, ਟਰਾਈ ਕਰੋ, ਅਗਰ ਪ੍ਰੋਬਲਮ ਆਉਂਦੀ ਆ ਫਿਰ ਪੁੱਛ ਲਈਓ।